हेलो स्टूडेंट्स, वाहिगुरू जी का खालसा वाहिगुरू जी की फतेह। ਅੱਜ ਆਸ ਹੈ ਕਿ ਜੋ 10ਵੀਂ ਜਮਾਤ ਦਾ CBSE ਦਾ ਪੰਜਾਬੀ ਦਾ ਪੇਪਰ ਤੁਸੀਂ ਕੀਤਾ ਬਹੁਤ ਚੰਗਾ ਗਿਆ ਹੋਣਾ ਹੈ। ਹਾਂ, ਪੇਪਰ ਥੋੜਾ ਟ੍ਰਿਕੀ ਸੀ, ਰਲਿਆ ਮਿਲਿਆ ਸੀ ਔਰ ਇਸ ਵਿੱਚ ਕਈ ਚੀਜ਼ਾਂ ਸੋਚਣ ਵਾਲੀਆਂ ਸੀ ਔਰ ਕੁਝ ਇਦਾਂ ਦੇ ਵੀ ਸ਼ਬਦ ਸੀ ਜਿਹੜੇ ਕਿ ਵਿਦਿਆਰਥੀਆਂ ਨੂੰ ਥੋੜੇ ਔਖੇ ਲੱਗੇ ਹੋਣਗੇ। ਪਰ ਮੈਨੂੰ ਆਸ ਜੋ ਤੁਸੀਂ ਤਿਆਰੀ ਕੀਤੀ ਉਹ ਅਜਾਈ ਨਹੀਂ ਜਾਏਗੀ, ਚੰਗੇ ਨੰਬਰ ਤੇ ਤੁਸੀਂ ਪਾਸ ਹੋਵੋਗੇ ਕਿਉਂਕਿ ਪਹਿਲੇ ਵੀ ਦੱਸ ਚੁੱਕੇ ਹਾਂ ਸਕੂਲ ਵੱਲੋਂ ਤੁਹਾਡੇ 20 ਨੰਬਰਾਂ 'ਚੋਂ ਚੰਗੇ ਨੰਬਰ ਲੱਗ ਚੁੱਕੇ ਨੇ। ਸੋ ਅਸੀਂ ਸ਼ੁਰੂ ਕਰਦੇ ਹਾਂ। ਜੋ ਪੇਪਰ ਦਾ ਪਹਿਲਾ ਭਾਗ ਹੈ ਉਹ ਹੈ ਪੜ੍ਹਨ ਕੌਸ਼ਲ, ਜਿਸ ਵਿੱਚ ਪਸ਼ੂਆਂ ਔਰ ਮਨੁੱਖਾਂ ਦੇ ਸੰਗ ਬਾਰੇ ਲਿਖਿਆ ਸੀ। ਜਿਸ ਵਿੱਚ ਜੋ ਪਹਿਲਾ ਪ੍ਰਸ਼ਨ ਬਣਦਾ ਸੀ ਵੀ ਪਸ਼ੂ ਕਿਸ ਨੂੰ ਆਪਣਾ ਮਾਲਕ ਮੰਨ ਚੁੱਕੇ ਹਨ ਤੇ ਕਿਵੇਂ। ਇਸ ਵਿੱਚ ਧਿਆਨ ਦੇਣ ਜੋ ਗੱਲ ਸੀ ਵੀ ਅਸੀਂ ਇੱਥੋਂ ਦੀ ਉੱਥੇ ਤੱਕ ਕੋਈ ਕੱਟ ਕੇ ਪੇਸਟ ਕਰਕੇ ਨਹੀਂ ਲਿਖ ਸਕਦੇ ਸੀ, ਅਸੀਂ ਪੂਰੇ ਪੈਰੇ ਵਿੱਚੋਂ ਮਿਲਾ ਕੇ ਬਣਾਉਣਾ ਸੀ। ਪਸ਼ੂ ਮਨੁੱਖ ਨੂੰ ਆਪਣਾ ਮਾਲਕ ਮੰਨ ਚੁੱਕੇ ਨੇ ਕਿਉਂਕਿ ਸਦੀਆਂ ਤੋਂ ਮਨੁੱਖ ਦੇ ਅਧੀਨ ਨੇ ਤੇ ਉਸਦੀ ਸਰਦਾਰੀ ਮੰਨ ਚੁੱਕੇ ਨੇ। ਜੋ ਉਹ ਦਿੰਦਾ ਹੈ ਉਹ ਖਾ ਲੈਂਦੇ ਨੇ। ਅਗਲਾ ਪ੍ਰਸ਼ਨ ਹੈ, ਮਨੁੱਖ ਨੇ ਪਸ਼ੂਆਂ ਨੂੰ ਕਿਵੇਂ ਆਪਣੇ ਅਧੀਨ ਕੀਤਾ। ਮਨੁੱਖ ਨੇ ਪਸ਼ੂਆਂ ਨੂੰ ਆਪਣੀ ਚਤੁਰਾਈ ਨਾਲ ਆਪਣੇ ਅਧੀਨ ਕੀਤਾ, ਆਪਣੀ ਮਰਜ਼ੀ ਅਨੁਸਾਰ ਉਹਨਾਂ ਨੂੰ ਬੰਦੀ ਬਣਾਇਆ ਔਰ ਆਪਣੀ ਮਰਜ਼ੀ ਮੁਤਾਬਕ ਆਪਣੇ ਕੰਮਾਂ ਵਿੱਚ ਵਰਤਿਆ। ਤੀਸਰਾ ਪ੍ਰਸ਼ਨ ਸੀ, ਮਨੁੱਖ ਪਸ਼ੂਆਂ ਨੂੰ ਆਪਣੇ ਤੋਂ ਨਿਗੂਣਾ ਯਾਨੀ ਛੋਟਾ ਕਿਉਂ ਸਮਝਦਾ ਹੈ। ਇਹਦਾ ਵੀ ਪਸ਼ੂ ਸਾਡੇ ਵਾਂਗੂ ਬੋਲ ਨਹੀਂ ਸਕਦੇ, ਸਾਡੇ ਵਰਗੀ ਸੋਝੀ ਨਹੀਂ ਰੱਖਦੇ, ਅੱਗਾ ਪਿੱਛਾ ਨਹੀਂ ਵਿਚਾਰ ਸਕਦੇ, ਮਾਨਸਿਕ ਗੁਣ ਜਿਵੇਂ ਵਿਚਾਰ, ਦਇਆ, ਗਿਆਨ, ਸੰਤੋਖ, ਸੰਜਮ ਉਹਨਾਂ ਵਿੱਚ ਨਹੀਂ ਨੇ। ਇਸ ਕਰਕੇ ਮਨੁੱਖ ਪਸ਼ੂਆਂ ਨੂੰ ਆਪਣੇ ਤੋਂ ਨਿਗੂਣੇ ਸਮਝਦਾ ਹੈ। ਇਹ ਵਿਸਤਾਰ ਵਾਲੇ ਸੀ। ਹੁਣ ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਦਿਓ। ਇਹਦਾ ਹੋ ਸਕਦਾ ਸੀ ਮਨੁੱਖ ਦੀ ਪਸ਼ੂਆਂ ਤੇ ਸਰਦਾਰੀ ਜਾਂ ਮਨੁੱਖ ਦੀ ਸਰਦਾਰੀ ਜਾਂ ਪਸ਼ੂਆਂ ਅਤੇ ਮਨੁੱਖ ਦਾ ਸੰਬੰਧ। ਕਿਸੇ ਵੀ ਤਰੀਕੇ ਨਾਲ ਜੋ ਸਮਝਦਾਰੀ ਵਾਲਾ ਕੋਈ ਵੀ ਟਾਈਟਲ ਸੀ ਉਹ ਤੁਹਾਡਾ ਜਿਹੜਾ 1 ਨੰਬਰ ਦਾ ਬਣਦਾ ਸੀ। ਦੂਜਾ ਪ੍ਰਸ਼ਨ ਸੀ ਅਣਡਿੱਠੀ ਕਾਵਿ ਟੁਕੜੀ। ਇਹ ਜੋ ਕਾਵਿ ਟੁਕੜੀ ਹੈ ਨਾ ਬੱਚੋ, ਇਹ ਸੀ ਬਾਬੂ ਫਿਰੋਜ਼ ਸ਼ਰਫ ਦੁਆਰਾ ਲਿਖੀ ਹੋਈ। ਉਸੇ ਲਿਖਿਆ ਸੀ, ਸੋਹਣਾ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਈਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਈਓ। ਹੁਣ ਇਸ ਵਿੱਚ ਪਹਿਲਾ ਪ੍ਰਸ਼ਨ ਸੀ 1 ਨੰਬਰ ਦੇ ਸੀ, ਪੰਜਾਬ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ। ਪੰਜਾਬ ਦੀ ਤੁਲਨਾ ਸਭ ਤੋਂ ਸੁੰਦਰ ਫੁੱਲ ਗੁਲਾਬ ਦੇ ਫੁੱਲ ਨਾਲ ਕੀਤੀ ਗਈ ਹੈ। ਇੱਥੇ ਲਿਖਿਆ ਸੀ ਪੀਂਘਾਂ ਉੱਤੇ ਝੂਟੇ ਕੌਣ ਲੈਂਦਾ ਹੈ। ਇੱਥੇ ਲਿਖਿਆ ਸੀ ਰਲ ਮਿਲ ਬਾਗੀ ਪੀਂਘਾਂ ਝੂਟਣ ਕੁੜੀਆਂ ਨਾਗਰ ਵੇਲਾਏ ਨਹੀਂ। ਪੰਜਾਬੀ ਮੁਟਿਆਰਾਂ ਜਾਂ ਸੋਹਣੀਆਂ ਪੰਜਾਬੀ ਮੁਟਿਆਰਾਂ ਪੀਂਘਾਂ ਤੇ ਝੂਟੇ ਲੈਂਦੀਆਂ ਨੇ। ਇਸ ਕਾਵਿ ਟੁਕੜੇ ਵਿੱਚ ਕਿਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸ ਵਿੱਚ ਕੁੱਲ ਮਿਲਾ ਕੇ ਪੰਜਾਬ ਦੇਸ਼ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜਦੋਂ ਅਸੀਂ ਭਾਗ 2 ਵਿਆਕਰਣ ਕੀਤਾ ਤਾਂ ਉਸ ਵਿੱਚ ਦੇਖਿਆ ਸਮਾਸੀ ਸ਼ਬਦ। ਹੇਠ ਲਿਖਿਆ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਸਾਰੇ ਸਮਾਸੀ ਸ਼ਬਦ ਠੀਕ ਨੇ ਪਰੰਤੂ ਸਾਰੇ ਪੁੱਠੇ ਲਿਖੇ ਹੈ। ਜਿੱਦਾਂ ਦੇਸ਼ ਪ੍ਰਦੇਸ਼ ਤੇ ਸੁਣਿਆ ਸੀ ਪਰ ਪ੍ਰਦੇਸ਼ ਦੇਸ਼, ਇਹ ਗਲਤ ਹੋ ਗਿਆ। ਸੱਸ ਸਹੁਰਾ ਸੁਣੇ ਸੀ ਪਰ ਸਹੁਰਾ ਸੱਸ, ਇਹ ਗਲਤ ਹੋ ਗਿਆ। ਚਾਕਰ ਨੌਕਰ, ਇਹ ਉਲਟਾ ਹੋ ਗਿਆ, ਨੌਕਰ ਚਾਕਰ ਹੋ ਸਕਦਾ ਹੈ ਪਰੰਤੂ ਜੋ ਸਿੱਧਾ ਹੈ ਉਹ ਹੈ ਆਈ ਚਲਾਈ, ਯਾਨੀ ਪਹਿਲੇ ਦਾ ਜੋ ਆਈ ਚਲਾਈ ਹੈ B ਉਹ ਠੀਕ ਸੀ। ਦੂਸਰਾ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕੰਸ਼ਾਂ ਦੇ ਆਧਾਰ ਤੇ ਬਣਿਆ ਸਮਾਸੀ ਸ਼ਬਦ ਹੈ। ਜਦੋਂ ਅਸੀਂ ਸਮਾਸੀ ਸ਼ਬਦਾਂ ਦੀ ਗੱਲ ਕੀਤੀ ਸੀ, ਟੇਢਾ ਅਤੇ ਮੇਢਾ, ਵੇਲਾ ਅਤੇ ਕਵੇਲਾ, ਭੁੱਖ ਅਤੇ ਨੰਗ, ਪਰੰਤੂ ਜਗ ਨਾਲ ਬੀਤੀ ਹੈ ਤੇ ਜਗ ਨਾਲ ਬੀਤੀ ਇਹ ਵਾਕੰਸ਼ਾਂ ਤੇ ਆਧਾਰਿਤ ਸਮਾਸੀ ਸ਼ਬਦ ਹੈ। ਤੀਸਰਾ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਰਥਕ ਤੇ ਨਿਰਾਰਥਕ ਸ਼ਬਦਾਂ ਦਾ ਸੁਮੇਲ ਹੈ। ਲੈਣਾ ਅਤੇ ਦੇਣਾ, ਇਹ ਵੀ ਸਾਰਥਕ ਨੇ। ਸਹਿਜ ਸੁਭਾਅ, ਇਹ ਸਮਾਸੀ ਸ਼ਬਦ ਹੈ। ਖੋਜ ਦੀ ਵਿਧੀ, ਇਹ ਵੀ ਸਾਰਥਕ ਹੈ ਪਰੰਤੂ ਜੋ ਡੀਲ ਡੌਲ ਹੈ ਇਹ ਸਾਰਥਕ ਤੇ ਨਿਰਾਰਥਕ ਸ਼ਬਦਾਂ ਦਾ ਜੋੜ ਹੈ। ਚੌਥਾ ਹੈ ਅੱਗੇ ਪਿੱਛੇ ਸਮਾਸੀ ਸ਼ਬਦ ਲਈ ਕਿਹੜਾ ਸ਼ਬਦ ਸਮੂਹ ਚੁਣੋਗੇ। ਪਿੱਛੋਂ ਤੋਂ ਅੱਗੇ, ਅੱਗੋਂ ਤੋਂ ਪਿੱਛੇ, ਅੱਗੋਂ ਉੱਤੇ ਪਿੱਛੇ, ਜਾਂ ਫਿਰ ਸਹੀ ਸੀ D ਅੱਗੇ ਅਤੇ ਪਿੱਛੇ। ਇਹ D, ਚੌਥੇ ਦਾ D ਠੀਕ ਹੈ। ਇਸ ਵਿੱਚ 4 ਕਰਨੇ ਸੀ, ਅਸੀਂ ਪੰਜਵੇਂ ਦਾ ਵੀ ਆਨਸਰ ਦਿੰਦੇ ਹਾਂ। ਦੁਹਰਾਵੇ ਯਾਨੀ ਰਿਪੀਟੀਸ਼ਨ ਵਾਲਾ ਸਮਾਸੀ ਸ਼ਬਦ ਕਿਹੜਾ ਹੈ। ਧੋਬੀ ਘਾਟ ਰਿਪੀਟ ਨਹੀਂ ਕਰ ਰਿਹਾ, ਬਾਲ ਵਿਵਾਹ ਰਿਪੀਟ ਨਹੀਂ ਕਰ ਰਿਹਾ, ਵਾਕ ਵੰਡ ਵੀ ਰਿਪੀਟ ਨਹੀਂ ਕਰ ਰਿਹਾ। ਹਾਂ, ਗੱਲਾਂ ਗੱਲਾਂ ਇੱਕੋ ਵਰਗੇ 2 ਸ਼ਬਦਾਂ ਦੀ ਰਿਪੀਟੀਸ਼ਨ ਹੈ, ਇਸ ਕਰਕੇ ਗੱਲਾਂ ਗੱਲਾਂ ਠੀਕ ਹੈ। ਚੌਥਾ ਸੀ ਬੌਰਥਕ ਸ਼ਬਦ। ਇਸ ਵਿੱਚ ਵੀ 4 ਕਰਨੇ ਸੀ। ਪਹਿਲਾ ਸੀ ਹੇਠ ਲਿਖਿਆਂ ਵਿੱਚੋਂ ਟਿੱਕੀ ਸ਼ਬਦ ਦਾ ਬੌਰਥਕ ਸ਼ਬਦ ਕਿਹੜਾ ਹੈ। ਠੱਪੇ ਨੂੰ ਟਿੱਕੀ ਨਹੀਂ ਕਹਿੰਦੇ, ਤਰਨਾ ਨੂੰ ਟਿੱਕੀ ਨਹੀਂ ਕਹਿੰਦੇ, ਪਾਸ ਹੋਣਾ ਨੂੰ ਟਿੱਕੀ ਨਹੀਂ ਕਹਿੰਦੇ। ਹਾਂ, ਰੋਟੀ ਦੀ ਟੁਕੜੀ, ਮੱਖਣ ਦੀ ਟੁਕੜੀ ਉਹ ਟਿੱਕੀ ਹੋ ਸਕਦੀ ਹੈ। ਦੂਸਰਾ ਹੈ ਨਾਲ ਸ਼ਬਦ ਦਾ ਅਰਥ ਹੈ ਸਾਥ। ਦੂਜਾ ਕਿਹੜਾ, ਨਾਲ ਦਾ ਮਤਲਬ ਬਿਰਤੀ ਨਹੀਂ ਹੁੰਦਾ, ਪੱਧਰੀ ਨਹੀਂ ਹੁੰਦਾ, ਭਾ ਨਹੀਂ ਹੁੰਦਾ। ਹਾਂ, ਨਾਲ ਹੋ ਸਕਦਾ ਹੈ ਨਲੀ ਤੇ D ਪਾਰਟ ਠੀਕ ਹੈ। ਤੀਸਰਾ ਸੀ ਵੱਟ ਸ਼ਬਦ ਦੇ ਬੌਰਥਕ ਸ਼ਬਦ ਚੁਣੋ। ਇੱਥੇ ਪਹਿਲਾਂ ਮਾਰਨਾ ਔਰ ਫੇਰੇ। ਮਾਰਨਾ ਤਾਂ ਠੀਕ ਹੈ, ਵੱਟ ਕੇ ਮਾਰਨਾ, ਪਰ ਫੇਰੇ ਇਸ ਵਿੱਚ ਸ਼ਾਮਲ ਨਹੀਂ ਹੈ। B ਮਾਲ ਔਰ ਵਾਂਗ ਨੂੰ ਵੱਟ ਨਹੀਂ ਕਹਿੰਦੇ। ਇਸ ਤੋਂ ਇਲਾਵਾ ਜੋ ਗੁੱਸਾ ਔਰ ਕਮਾਉਣਾ ਯਾਨੀ ਗੁੱਸਾ ਯਾਨੀ ਉਸ ਨੂੰ ਵੱਟ ਚੜ ਗਿਆ। ਦੂਸਰਾ ਹੈ ਉਸਨੇ ਸ਼ਹਿਰੋਂ
ਵਟ ਕੇ ਲਿਆਂਦਾ, ਯਾਨੀ ਕਮਾਈ ਕਰਕੇ, ਵਟਕ ਲਿਆਂਦੀ, ਕਮਾਈ ਕਰਕੇ ਲਿਆਂਦੀ। ਤੇ ਜੋ ਸੀ ਹੈ ਗੁੱਸਾ ਔਰ ਕਮਾਉਣਾ, ਇਹ ਠੀਕ ਹੈ। ਚੌਥਾ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਫੁੱਲ ਦਾ ਬੋਰਥਕ ਸ਼ਬਦ ਹੈ? ਫੁੱਲ ਦਾ ਮਤਲਬ ਹੈ ਮੋਟੇ ਹੋ ਜਾਣਾ, ਯਾਨੀ ਉਹ ਖਾ ਖਾ ਕੇ ਫੁੱਲ ਗਿਆ, ਮੋਟਾਪੇ ਨਾਲ ਫੁੱਲ ਗਿਆ। ਅਜੋੜਤਾ, ਤਾਰਨਾ, ਤੋੜਨਾ, ਇਹ ਠੀਕ ਨਹੀਂ ਹੈ। ਫੁੱਲ ਦਾ ਮਤਲਬ ਹੈ ਮੋਟੇ ਹੋ ਜਾਣਾ। ਪੰਜਵਾਂ ਸੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਾਰ ਸ਼ਬਦ ਦਾ ਬੋਰਥਕ ਨਹੀਂ ਹੈ? ਇੱਥੇ ਮੇਰੀ ਵਾਰ ਆ ਗਈ, ਵਾਰੀ ਵੀ ਠੀਕ ਹੈ। ਵਾਰ ਕੀਤਾ, ਹਮਲਾ ਕਰਤਾ, ਇਹ ਵੀ ਠੀਕ ਹੈ। ਦਿਨ ਵੀ ਵਾਰ ਹੁੰਦੇ, ਸੋਮਵਾਰ, ਬੁੱਧਵਾਰ, ਪਰੰਤੂ ਇੱਥੇ ਲਿਖਿਆ ਨਹੀਂ ਤੇ ਅਸੀਂ ਲਿਖਣਾ ਸੀ ਤਰੀਕਾ, ਡੀ ਠੀਕ ਹੈ। ਉਸ ਤੋਂ ਬਾਅਦ ਹੈ ਪੰਜਵਾਂ, ਕਿਰਿਆ ਵਿਸ਼ੇਸ਼ਣ। ਪੁੱਛੇ ਗਏ ਅਨੁਸਾਰ 5 ਪ੍ਰਸ਼ਨ ਵਿੱਚੋਂ 4 ਕਰਨੇ ਸੀ। ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਥਾਂ ਪਤਾ ਲੱਗੇ, ਥਾਂ ਦਾ ਮਤਲਬ ਸਥਾਨ, ਯਾਨੀ ਸੀ ਠੀਕ ਸੀ। ਸੈਕਿੰਡ ਸੀ, ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਗਿਣਤੀ ਯਾਨੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਇਸ ਤੇ ਹੈ ਡੀ, ਇੱਕ ਇੱਕ, ਕਈ ਵਾਰ, ਘੜੀ ਮੁੜੀ, ਇਹ ਸੰਖਿਆਵਾਚਕ ਹੈ। ਜਦੋਂ ਅਸੀਂ ਤੀਸਰਾ ਦੇਖਿਆ, ਹੇਠ ਲਿਖਿਆਂ ਵਿੱਚੋਂ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹੇਠ ਲਿਖਿਆਂ ਵਿੱਚੋਂ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਇੱਥੇ ਪਹਿਲਾਂ ਇਸ ਲਈ, ਕਿਉਂਕਿ ਇਹ 2 ਹਿੱਸਿਆਂ ਵਿੱਚ ਵੰਡਿਆ ਹੋਇਆ ਵਾਕ ਹੁੰਦਾ ਹੈ। ਜਦੋਂ ਅਸੀਂ ਇਸ ਲਈ ਵਰਤਦੇ ਹਾਂ ਤਾਂ ਮਤਲਬ ਕੋਈ ਕਾਰਨ ਦੱਸਦੇ ਹਾਂ, ਇਹ ਠੀਕ ਹੈ। ਚੌਥਾ ਸੀ, ਮੈਂ ਕੁਲਦੀਪ ਨੂੰ ਨਹੀਂ ਪਛਾਣਦਾ। ਮੈਂ ਕੁਲਦੀਪ ਨੂੰ, ਇਹ ਸਾਰੇ ਸ਼ਬਦ ਜਿਹੜੇ ਇਹ ਕਿਰਿਆ ਦੀ ਵਿਸ਼ੇਸ਼ਤਾ ਨਹੀਂ ਦੱਸਦੇ। ਪਛਾਣਦਾ ਕਿਰਿਆ ਹੈ, ਪਰੰਤੂ ਨਹੀਂ ਪਛਾਣਦਾ ਇਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹੈ। ਪੰਜਵਾਂ ਹੈ, ਭਾਰਤ ਨੇ ਮੈਚ ਵਿੱਚ ਦੂਜੇ ਦੇਸ਼ ਨੂੰ ਹਾਂਜੀ ਹਰਾਇਆ, ਦੂਜੇ ਦੇਸ਼ ਨੂੰ ਉੱਪਰ ਹਰਾਇਆ, ਦੂਜੇ ਦੇਸ਼ ਨੂੰ ਹੇਠਾਂ ਹਰਾਇਆ, ਇਹ ਸਾਰੇ ਗਲਤ ਨੇ। ਸੀ ਹੈ ਕਈ ਵਾਰ ਹਰਾਇਆ। ਹੁਣ ਅਸੀਂ ਕਰ ਰਹੇ ਹਾਂ 6ਵਾਂ, ਅਗੇਤਰ ਤੇ ਪਿਛੇਤਰ। ਹੇਠ ਲਿਖਿਆਂ ਵਿੱਚੋਂ ਕੋਈ 2 ਅਗੇਤਰ ਵਰਤ ਕੇ 2 ਸ਼ਬਦ ਬਣਾਓ। ਸੀ ਪੁਨਰ ਮਿਲਣ, ਪੁਨਰ ਵਿਆਹ, ਪੁਨਰ ਜਨਮ, ਮਹਾਤੋਸੀ, ਮਹਾਤਮਾ, ਮਹਾਬਲੀ, ਮਹਾਸਾਗਰ, ਮਹਾਤਪਸਵੀ। ਇਸ ਤਰ੍ਹਾਂ ਜੋ ਲਾ ਤੋਂ ਬਣਦਾ ਸੀ, ਲਾ ਇਲਾਜ, ਲਾਸਾਨੀ, ਲਾਜਵਾਬ ਔਰ ਲਾਪਤਾ। ਜਦੋਂ ਅਸੀਂ ਆਏ ਪਿਛੇਤਰਾਂ ਤੇ, ਜੋ ਆਸ ਵਾਲਾ ਹੈ, ਆਸ ਵਾਲੇ ਮੈਂ ਕਿਤਾਬਾਂ ਲੱਭ ਲਈਆਂ, ਪਰੰਤੂ ਉਸ ਵਿੱਚ ਕਿਤੇ ਵੀ ਮੈਨੂੰ ਆਸ ਪਿਛੇਤਰ ਤੋਂ ਬਣਿਆ ਸ਼ਬਦ ਨਹੀਂ ਮਿਲਿਆ। ਪਰੰਤੂ ਜਦੋਂ ਅਸੀਂ ਗੱਲ ਕੀਤੀ ਆਪਸ ਵਿੱਚ ਟੀਚਰਸ ਨੇ, ਤੇ ਉਹ ਬਣਿਆ ਫਿਰ ਨਿਰਾਸ, ਉਹ ਬਣਿਆ ਅਭਿਆਸ, ਉਹ ਬਣਿਆ ਪਿਆਸ, ਉਹ ਬਣਿਆ ਗਿਲਾਸ, ਉਹ ਬਣਿਆ ਪੜਾਸ। ਪਰੰਤੂ ਵਿਆਕਰਣ ਦੇ ਨਿਯਮਾਂ ਦੇ ਅਨੁਸਾਰ ਇਹ ਪੂਰੇ ਨਹੀਂ ਉਤਰਦਾ। ਹਾਂ, ਪੜਾਸ ਸ਼ਬਦ ਪੂਰਾ ਉਤਰ ਸਕਦਾ ਹੈ, ਪਰੰਤੂ ਜਿੰਨੇ ਮੈਂ ਦੱਸੇ ਹੈ ਇਹਨਾਂ ਵਿੱਚ ਬਹੁਤ ਘੱਟ ਇਸ ਆਸ ਪਿਛੇਤਰ ਦੇ ਕਸਵੱਟੀ ਤੇ ਪੂਰੇ ਉਤਰਦੇ ਹੈ। ਅਗਲਾ ਸ਼ਬਦ ਹੈ ਈਲਾ, ਭੜਕੀਲਾ, ਚਮਕੀਲਾ, ਜੋਸ਼ੀਲਾ, ਅਣਖੀਲਾ। ਫਿਰ ਸਾਜ ਹੈ, ਘੜੀ ਸਾਜ, ਜਿਲਦ ਸਾਜ। ਇਹ ਜੋ ਸ਼ਬਦ ਬਣਦੇ ਸੀ ਤੁਹਾਡੇ। ਮੈਨੂੰ ਪਤਾ ਤੁਹਾਡਾ 7ਵਾਂ ਕੁਐਸਚਨ ਮੁਹਾਵਰੇ ਵਾਲਾ ਬੜਾ ਚੰਗਾ ਗਿਆ ਹੋਏਗਾ, ਕਿਉਂਕਿ ਇਸ ਵਿੱਚ 7 ਦਿੱਤੇ ਸੀ, 4 ਹੀ ਕਰਨੇ ਸੀ। ਜਿਵੇਂ ਜ਼ਬਾਨ ਖੁੱਲਣੀ, ਇਹਦਾ ਮਤਲਬ ਝਿਜਕ ਦੂਰ ਹੋ ਜਾਣੀ ਜਾਂ ਕਿਸੇ ਪ੍ਰਕਾਰ ਦੀ ਸ਼ਰਮ ਦੂਰ ਹੋ ਜਾਣੀ। ਦੂਸਰਾ, ਜੁੱਤੀਆਂ ਭਿਓ ਭਿਓ ਕੇ ਮਾਰਨੀਆਂ, ਯਾਨੀ ਬੜਾ ਬੇਇੱਜ਼ਤ ਕਰਨਾ। ਤੀਸਰੇ, ਜੰਗਲ ਵਿੱਚ ਮੰਗਲ ਹੋ ਜਾਣਾ, ਯਾਨੀ ਉਜਾੜ ਥਾਂ ਰੌਣਕ ਹੋ ਜਾਣੀ। ਝੱਟ ਟਪਾਉਣਾ ਦਾ ਮਤਲਬ ਗੁਜ਼ਾਰਾ ਕਰਨਾ, ਸਮਾਂ ਲਗਾਉਣਾ। ਚਿੜੀ ਨਾ ਫੜਕਣੀ ਦਾ ਮਤਲਬ ਕਿਸੇ ਬੰਦੇ ਦਾ ਰੋਹਬ ਹੋਣਾ ਜਾਂ ਕੋਈ ਵੀ ਕੁਸਕਣਾ ਨਾ। 6ਵਾਂ ਸੀ ਘੜੀ ਪਲਾਂ ਤੇ ਹੋਣਾ, ਇਹਦਾ ਮਤਲਬ ਹੈ ਥੋੜੀ ਦੇਰ ਦਾ ਜੀਵਨ ਹੋਣਾ ਜਾਂ ਅਖੀਰੀ ਸਾਹਾਂ ਤੇ ਹੋਣਾ। 7ਵਾਂ ਸੀ ਗਿਰਗਟ ਵਾਂਗੀ ਰੰਗ ਬਦਲਣਾ, ਯਾਨੀ ਝਟਪਟ ਮੌਕੇ ਅਨੁਸਾਰ ਆਪਣੇ ਵਿਚਾਰ ਬਦਲ ਲੈਣੇ। ਹੁਣ ਸੀ ਪ੍ਰਭਾਵਸ਼ਾਲੀ ਲਿਖਣ ਕੌਸ਼ਲ 8ਵਾਂ। ਮੈਨੂੰ ਉਮੀਦ ਹੈ ਵੀ ਇਹਨਾਂ ਵਿੱਚ ਜੋ ਨੁਕਤੇ ਦਿੱਤੇ ਗਏ ਸੀ, ਜੇ ਮੈਂ ਪ੍ਰਿੰਸੀਪਲ ਹੁੰਦਾ ਤੇ ਜ਼ਿਆਦਾਤਰ ਬੱਚਿਆਂ ਨੇ ਕੀਤਾ ਹੋਏਗਾ। ਦੂਸਰਾ ਗਲੋਬਲਾਈਜੇਸ਼ਨ ਵਾਲਾ ਸੀ, ਵਿਸ਼ਵੀਕਰਨ। ਇਸ ਤੋਂ ਇਲਾਵਾ ਕਿਰਤ ਦੀ ਮਹਾਨਤਾ ਸਿਰਫ ਥੋੜੇ ਜਿਹੇ ਬੱਚਿਆਂ ਨੇ ਕੀਤਾ ਹੋਏਗਾ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਬੜੀ ਸਕਿੱਲ ਯਾਨੀ ਕੌਸ਼ਲ ਹੈ। ਵਿਸ਼ਵੀਕਰਨ ਵੀ ਬਹੁਤ ਸੋਚਣ ਵਿਚਾਰਨ ਵਾਲਾ ਸੀ, ਪਰੰਤੂ ਜੇ ਮੈਂ ਪ੍ਰਿੰਸੀਪਲ ਹੁੰਦਾ ਨੁਕਤੇ ਦੇ ਆਧਾਰ ਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਸੀ। ਹੁਣ ਤੁਹਾਡਾ 9ਵਾਂ ਪ੍ਰਸ਼ਨ ਸੀ, ਆਪਣੇ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਠੱਲ ਯਾਨੀ ਰੋਕ ਪਾਉਣ ਲਈ ਪੁਲਿਸ ਕਮਿਸ਼ਨ ਨੂੰ ਸ਼ਿਕਾਇਤੀ ਪੱਤਰ ਲਿਖੋ। ਨੁਕਤੇ ਲਿਖੇ ਸੀ, ਬੜਾ ਆਸਾਨ ਸੀ। ਉੱਪਰਲੇ ਪੱਤਰ ਵਾਂਗ ਦੂਸਰਾ ਪੱਤਰ ਵੀ ਦਫ਼ਤਰੀ ਸੀਗਾ। ਸਕੂਲ ਦੇ ਪ੍ਰਿੰਸੀਪਲ ਨੂੰ ਆਪਣੇ ਵੱਡੇ ਭਰਾ ਦੇ ਵਿਆਹ ਉੱਤੇ 1 ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬੇਨਤੀ ਪੱਤਰ ਲਿਖੋ। ਇਹ ਬੇਨਤੀ ਪੱਤਰ ਹੈ, ਉੱਤੇ ਸ਼ਿਕਾਇਤੀ ਪੱਤਰ ਹੈ, ਦੋਨੋਂ ਫਾਰਮਲ ਲੈਟਰ ਨੇ। ਹੋਣਾ ਇਹ ਚਾਹੀਦਾ ਸੀ, ਇੱਕ ਫਾਰਮਲ ਇੱਕ ਇਨਫਾਰਮਲ ਯਾਨੀ ਘਰੇਲੂ ਪੱਤਰ ਹੋਣਾ ਚਾਹੀਦਾ ਸੀ। ਜੋ 10ਵਾਂ ਪ੍ਰਸ਼ਨ ਹੈ, ਇਸ ਵਿੱਚ ਇੱਕ ਲਾਇਬ੍ਰੇਰੀ ਦੀ ਤਸਵੀਰ ਹੈ ਜਿਸ ਵਿੱਚ ਕੁਝ ਲੋਕ ਖੜੇ ਨੇ, ਕਿਤਾਬਾਂ ਢੂੰਡ ਰਹੇ, ਕੁਝ ਪੜ੍ਹੇ ਨੇ, ਇੱਕ ਲਾਇਬ੍ਰੇਰੀਅਨ ਬੈਠੀ ਹੈ। ਜਿਸ ਵਿੱਚ ਤੁਸੀਂ ਲਾਇਬ੍ਰੇਰੀ ਦੀ ਸਪੈਲਿੰਗ ਠੀਕ ਲਿਖੀ ਹੋਵੇਗੀ ਤਾਂ ਤੁਹਾਨੂੰ ਚੰਗੇ ਨੰਬਰ ਯਾਨੀ 5 ਵਿੱਚੋਂ 4, 4.5, 5 ਮਿਲ ਜਾਣਗੇ। ਇਸ ਤੋਂ ਇਲਾਵਾ ਜੋ ਥੱਲੇ ਸੀਗਾ ਨਾ, ਆਪਣੇ ਇਲਾਕੇ ਦੇ ਪੁਲਿਸ ਅਧਿਕਾਰੀ ਨੂੰ ਸੜਕਾਂ ਦੀ ਹਾਲਤ ਸੁਧਾਰਨ ਲਈ, ਇਹ ਤੁਹਾਡੇ ਲਈ ਨਹੀਂ ਸੀ, ਇਹ ਸਗੋਂ ਨੇਤਰਹੀਣ ਵਿਦਿਆਰਥੀਆਂ ਲਈ ਸੀ ਜੋ ਤੁਸੀਂ ਨਹੀਂ ਕਰਨਾ ਸੀ। ਹੁਣ ਅਸੀਂ ਆਉਂਦੇ ਹਾਂ 4th ਪਾਰਟ ਉੱਤੇ, ਪਾਠ ਪੁਸਤਕ ਤੇ ਆਧਾਰਿਤ ਪ੍ਰਸ਼ਨ। 11ਵਾਂ
MCQ यानी बहुविकल्पी प्रश्नों वाला सी। घर दे प्यार तो बिना जिंदगी किहो जी हुंदी, बड़ा ही आसान सी। घर दे प्यार तो बिना बंदा खुशहाल हुंदा, बंदा सफल हुंदा, बंदा आनंदमई हुंदा। ये सारे गलत ने। सी है कोरी जही जिंदगी हुंदी है। सैकेंड सी लफज की हुंदे ने, लफज सोना हुंदे, लफज चांदी हुंदे, लफज पित्तल, सारे गलत सी। माड़ा जिहा तुसीं सोचदे तुहानूं पता लग गया होना भी सारे गलत ने। सगों ए जो सी दिल दी दौलत दीआं मोहरां ए ठीक सी। तीसरा प्रश्न सी MCQ, खालसा ट्रैक्ट सोसाइटी वालों छापे गए पहले ट्रैक्ट का की ना है। इस लिखे हुए लेख में जो पहला पैरा उस लिखा हुआ है भी जो भाई वीर सिंह ने ट्रैक्ट सोसाइटी बनाई सी ना, इसी जो पहला ट्रैक्ट छपया सी उसका नाम सी प्रार्थना यानी B। चौथा प्रश्न सी जंग तो मगरों खर्चण लई की मिलदा सी। हुण इत्थे बड़ी कन्फ्यूजन सी, परंतु ध्यान देने वाली गल यह बनी कि ना तो रुपये का जिक्र आया, ना दवन्नी अठन्नी का जिक्र आया। हाँ धेले का जिक्र जरूर आया सी इस चैप्टर में भी मुसद्दी लाल तो धेले दे ले छोले मुकदे नहीं सी। इत्थे धेला शब्द आया सी यानी 50 पैसे। हुण अगला है पंजवां, अमरीक सिंह नूं रियायत किसने दी? सानूं पता है सोसाइटी के इंस्पैक्टर ने। यह सी वाला ठीक सी। हुण छेवां प्रश्न है मान सिंह कौन सी? मास्टर सी, मैनेजर सी, प्रोफैसर सी? सानूं पता है इस पाठ विच धरती हेठला बल जो पाठ सी उस करम सिंह मान सिंह यह फौजी सी, इस करके ए फौजी ठीक है। 12वां प्रश्न एक एक शब्द का एक एक वाक का लिखना सी। जहां पना जल्दी अपने दिमाग का पार हौला करो। यह शब्द किसने कहे? यह जो शब्द सी असद खान ने औरंगजेब बादशाह नूं कहे सी। हुण आलमगीर का खिताब यह भी इसे चैप्टर विच दोनों प्रश्न आ गए। इसका मतलब है भी आलमगीर का खिताब औरंगजेब नूं दिता गया सी। तीसरा है चल एवें सही, मैं ही कहती सही, मुंडे नूं विआह करने लई दूजा, मेरा की वग ना छिड़न देंगी तू। एदा मतलब यह जो शब्द सी निहाल कौर ने अपनी नूं मनजीत कौर नूं कहे सी। चौथा है भंड किसनूं कहा है? गुरु नानक देव जी ने भंड स्त्री या औरत नूं कहा है। पंजवां प्रश्न सी गुरु अमरदास जी ने परमात्मा तो किस दी मांग की है? उन्हां तो बख्शिश दी खेमा करन दी मांग की है। छेवां प्रश्न सी गुरपूरे वजी वाधाई तो की भाव है? भी गुरु दी पूरे गुरु दी कृपा करके मेरे मन विच आनंद आ गया है, खुशियां दे वाजे वज रहे हैं। सतवां लास्ट प्रश्न सी, इन्हां विच कोई 5 करने सी। शाह मुहम्मद की रचना जंग दा हाल विच सरकार किसनूं कहा? वो कहते हैं अज होवे सरकार तां मुल पावे जिहड़ियां खालसे ने तेगा मारियां ने। इहदा मतलब सरकार क्या है? महाराजा रणजीत सिंह जी नूं। हुण असीं गल करदे 13वें प्रश्न की, जिसनूं 4 प्रश्न करने सी 25 तो 30 शब्दां विच। पहला सी नशिਆਂ कारण करतार सिंह दा की हाल हो गया। इस शब्द का अमरीक सिंह ते की प्रभाव है? यह बड़ा ट्रिकी प्रश्न सीगा। इस विच कई सारिया चीज़ां तुसीं नोट करनियां सी भी नशे करके करतार सिंह का माड़ा हाल हो गया सी। नशा करके एक तो उसका शरीर माड़ा हो गया सी, दूसरा वो घर विच कुटमार करदा सी, गुस्से वाला हो गया सी, उसने घर दे भांडे तक वेच दिते सी। जे किते तुहाडे मन च सिर्फ शरीर दे माड़े हाल दा जिक्र हुंदा फिर ए जिहड़े पॉइंट सी तुहाडे मिस हो जाने सी। ऐसे कुटमार करदा सी, यह भी उसका हाल सी, भांडे वेचते यह भी उसका हाल सी, शरीर भी उसका माड़ा हो गया सी, रोगी हो गया सी। हुण सी इसका अमरीक सिंह ते की प्रभाव पिया? इसका अमरीक सिंह ते यह प्रभाव पिया भी घर की सारी जिम्मेदारी अमरीक सिंह ते आ पई। छोटी उम्र विच उसनूं पिता द्वारा लए सारे करजे आप चुकाने पैने सी। हुण करजाई हो गया सी, पिता का लिया उदाहरण उसके सिर ते सी। उसने खाद का लिया होया करजा 1650 रुपये भी देना सी, इस करके वो हुण उदास सी। सैकेंड प्रश्न है धरती हेठला बल्द विच पेश समस्या बारे गल करो। असी इस विच गल कीती सी जो फौजी का पिता है वो बड़ा उदास है, परंतु अपने पुत्र की शहीदी की गल वो अपने पुत्र दे दोस्त तो जो छुट्टी कट्टण है वह छुपा जाते हैं, क्योंकि उसनूं पता है भी फौजियों को छुट्टी बड़ी प्यारी होंदी है, बड़ी मुश्किल मिलती है। इस करके जो अपनी फौज में जाएगा उसनूं अपने दोस्त की शहादत का पता लग जाएगा। इस वड्डे भार नूं वो अपने परिवार समेत अपने मन में छुपा लैंदा है। इसका मतलब है इस तरह के लोग जिहड़े कि दूजिਆਂ की निक्की जी खुशी लई अपने वड्डे तो वड्डे दुख अपने मन में छुपा जाते हैं। यह समस्या इंसानी की समस्या च पेश हुई है। तीसरा प्रश्न सी कुल्फी कहानी विच एक मुलाजम की आर्थिक हालत किवें पेश हुई है कि अपनी पढ़ाई विच भावें अपने पिता तो बहुत ज़्यादा पढ़िया परंतु उसकी जो कमाई है जिहड़ी उसकी आमदनी है अपने घट पढ़े पिता तो भी किते घट है, उसका गुजारा बड़ी मुश्किल नाल चलता है। जितनी भी उसनूं तनख्वाह मिलती है महीने के पहले 15 दिन विच उड पुड जाती है। अपने बच्चे नूं वो मुरमुरे या कुल्फी जी छोटी जी चीज़ भी उसनूं लैके नहीं दे सकता, सगों अपनी जिम्मेदारी तो भज्जण लई वो धुप्पे दुपहरे सड़कों ते
ਆਵਾਰਾਗਰਦੀ ਕਰਨ ਲਈ ਮਜਬੂਰ ਹੋ ਜਾਂਦਾ, ਸਮਾਂ ਬਿਤਾਉਣ ਲਈ ਮਜਬੂਰ ਹੋ ਜਾਂਦਾ। ਹੁਣ ਚੌਥਾ, ਸੰਤ ਸਿੰਘ ਸੈਖੋ ਨੇ ਆਪਣੀ ਇਕਾਂਗੀ ਯਾਨੀ ਦੂਜਾ ਵਿਆਹ ਵਿੱਚ ਭਾਰਤੀ ਸੱਭਿਆਚਾਰ ਦਾ ਕਿਹੋ ਜਿਹਾ ਰੂਪ ਪੇਸ਼ ਕੀਤਾ ਹੈ। ਅਸੀਂ ਕਹਾਂਗੇ ਵੀ ਸੰਤ ਸਿੰਘ ਸੈਖੋ ਨੇ ਇਸ ਵਿੱਚ ਪੇਂਡੂ ਸਮਾਜ ਜੋ ਜਗੀਰਦਾਰੀ ਪ੍ਰਥਾ ਉੱਤੇ ਨਿਰਭਰ ਹੈ ਨਾ, ਉਸ ਦਾ ਚਿੱਤਰਣ ਕੀਤਾ ਹੈ, ਜਿਸ ਵਿੱਚ ਜਗੀਰਦਾਰੀ ਪ੍ਰਥਾ ਦੇ ਅਨੁਸਾਰ ਜਦੋਂ ਮਰਦ ਨੇ ਆਪਣਾ ਪ੍ਰਭਾਵ ਔਰਤ ਤੇ ਪਾਉਣਾ ਹੈ ਤਾਂ ਉਸ ਨੂੰ ਦੂਜੇ ਵਿਆਹ ਦਾ ਡਰਾਵਾ ਦਿੰਦੇ ਆ। ਇਸ ਵਿੱਚ ਜੋ ਨਿਹਾਲ ਕੌਰ ਹੈ ਉਹ ਵੀ ਉਸ ਸਮਾਜ ਦੀ ਹੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ। ਉਹ ਔਰਤ ਨੂੰ ਕਾਬੂ ਕਰਨ ਲਈ, ਉਸ ਦਾ ਸ਼ੋਸ਼ਣ ਕਰਨ ਲਈ ਦੂਜੇ ਵਿਆਹ ਦੀ ਧਮਕੀ ਦਿੰਦੀ ਹੈ। ਪਰੰਤੂ ਇਹ ਵੀ ਗੱਲ ਅੱਗੇ ਪੇਸ਼ ਕੀਤੀ ਹੈ ਵੀ ਭਾਰਤੀ ਸੱਭਿਆਚਾਰ ਦਾ ਨਵਾਂ ਰੂਪ ਦੇਖਣ ਨੂੰ ਮਿਲਦਾ ਹੈ, ਜਿਸ ਵਿੱਚ ਕੁੜੀਆਂ ਪੜ੍ਹ ਲਿਖ ਕੇ ਆਪਣੇ ਹੱਕਾਂ ਲਈ ਸੁਚੇਤ ਹੋ ਰਹੀਆਂ, ਆਪਣੀ ਜ਼ਿੰਦਗੀ ਦੇ ਨਾਲ ਦੂਜੇ ਦੀ ਜ਼ਿੰਦਗੀ ਵੀ ਉਹ ਰੌਸ਼ਨ ਕਰ ਰਹੀਆਂ ਨੇ। ਪੰਜਵਾਂ ਪ੍ਰਸ਼ਨ ਸੀ, ਮਨਜੀਤ ਦਾ ਆਪਣੀ ਸੱਸ ਨਾਲ ਵਿਹਾਰ ਕਿਹੋ ਜਿਹਾ ਹੈ। ਮਨਜੀਤ ਦਾ ਆਪਣੀ ਸੱਸ ਨਾਲ ਵਿਹਾਰ ਬੜਾ ਚੰਗਾ ਹੈ, ਭਾਵੇਂ ਨਿਹਾਲ ਕੌਰ ਉਸ ਨਾਲ ਬੜਾ ਮਾੜਾ ਸਲੂਕ ਕਰਦੀ ਹੈ, ਪਰ ਉਸ ਦੇ ਹਰੇਕ ਮਾੜੇ ਸਲੂਕ ਦਾ ਉਹ ਖਿੜੇ ਮੱਥੇ ਉਸ ਨੂੰ ਸਹਿੰਦੀ ਹੈ। ਉਸ ਦੀ ਹਰ ਤਾਨੇ ਮੇਣੇ ਨੂੰ ਹਾਸੇ ਵਿੱਚ ਟਾਲ ਦਿੰਦੀ ਹੈ, ਘਰ ਦਾ ਸੰਤੁਲਨ ਬਣਾ ਕੇ ਰੱਖਦੀ ਹੈ, ਪਰਿਵਾਰ ਨੂੰ ਬਚਾ ਕੇ ਰੱਖਦੀ ਹੈ, ਆਪਣੇ ਵੱਡਿਆਂ ਦੀ ਇੱਜ਼ਤ ਕਰਦੀ ਹੈ, ਆਪਣੇ ਪਤੀ, ਆਪਣੇ ਨਨਾਣ ਭਾਵ ਹਰੇਕ ਦਾ ਹੀ ਉਹ ਧਿਆਨ ਰੱਖਦੀ ਹੈ। ਆਪਣੇ ਪਿੰਡ, ਆਪਣੀਆਂ ਸਹੇਲੀਆਂ, ਆਪਣੀਆਂ ਗੁਆਂਢਣਾਂ, ਉਹ ਹਰੇਕ ਵਿੱਚ ਜਾਗਰਤੀ ਲਿਆ ਕੇ ਔਰਤ ਨੂੰ ਉਸ ਦਾ ਹੱਕ ਦਿਵਾਉਣਾ ਚਾਹੁੰਦੀ ਹੈ। ਅਤੇ ਇਸੇ ਹੱਕ ਕਰਕੇ ਉਹ ਆਪਣੀ ਸੱਸ ਦੀ ਜੋ ਹੁਣ ਇਸ ਸਮੇਂ ਮੁੱਖ ਸਮੱਸਿਆ ਪੇਸ਼ ਹੋਈ ਹੈ ਵੀ ਉਸ ਦੀ ਜੋ ਧੀ ਹੈ ਉਸ ਦਾ ਦੂਜਾ ਵਿਆਹ ਕਰਾਉਣ ਦੀ ਧਮਕੀ ਦਿੰਦਾ ਹੈ। ਬਲਵੰਤ ਸਿੰਘ ਉਸ ਦਾ ਪਤੀ, ਉਹ ਉਸ ਨੂੰ ਵੀ ਨਜਿੱਠ ਲੈਂਦੀ ਹੈ। ਇਸ ਤਰ੍ਹਾਂ ਮਨਜੀਤ ਦਾ ਆਪਣੀ ਸੱਸ ਨਾਲ ਉਸ ਸੱਸ ਦੇ ਮਾੜੀ ਹੋਣ ਦੇ ਬਾਵਜੂਦ ਚੰਗਾ ਵਿਹਾਰ ਹੈ। ਇਸ ਤਰ੍ਹਾਂ ਆਪਣੇ ਵੱਲੋਂ ਬਣਾ ਕੇ ਤੁਸੀਂ ਇਸ ਨੂੰ 25 ਤੋਂ 30 ਸ਼ਬਦਾਂ ਵਿੱਚ ਲਿਖਣਾ ਸੀ। ਹੁਣ ਆਦੇ 14ਵਾਂ ਪ੍ਰਸ਼ਨ ਜੋ 50 ਤੋਂ 60 ਸ਼ਬਦਾਂ ਵਿੱਚ ਲਿਖਣਾ ਸੀ। ਇਸ ਦਾ ਜੋ ਪਹਿਲਾ ਭਾਗ ਹੈ, ਭਾਈ ਗੁਰਦਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕਰਨ ਨਾਲ ਕੀ ਹੋਇਆ। ਪਰੰਤੂ ਇਸ ਨੂੰ ਲਿਖਣ ਤੋਂ ਪਹਿਲੇ ਸਾਨੂੰ ਅਵਤਾਰ ਧਾਰਨ ਤੋਂ ਪਹਿਲੇ ਦੀ ਸਥਿਤੀ ਵੀ ਦੱਸਣੀ ਪਏਗੀ। ਅਸੀਂ ਲਿਖਾਂਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹਰ ਪਾਸੇ ਪਾਪ ਤੇ ਅਗਿਆਨਤਾ ਦਾ ਹਨੇਰਾ ਸੀ, ਪਰੰਤੂ ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਗਿਆਨ ਤੇ ਸੱਚ ਦਾ ਪ੍ਰਕਾਸ਼ ਫੈਲ ਗਿਆ, ਹਰ ਥਾਂ ਪੂਜਣ ਯੋਗ ਹੋ ਗਈ, ਘਰ ਘਰ ਅੰਦਰ ਧਰਮਸਾਲ ਬਣ ਗਈ, ਸਾਰੀ ਧਰਤੀ ਨੂੰ ਧਰਮਸ਼ਾਲਾ ਬਣਾ ਦਿੱਤਾ ਔਰ ਚਾਰੇ ਦਿਸ਼ਾਵਾਂ ਦਾ ਉद्धार ਕਰ ਦਿੱਤਾ। ਦੂਸਰਾ ਪ੍ਰਸ਼ਨ ਸੀ, ਆਪਸ਼ਨਲ ਸੀਗਾ, ਗੁਰੂ ਅਮਰਦਾਸ ਜੀ ਨੇ ਪਰਮਾਤਮਾ ਤੋਂ ਕਿਹੜੀ ਬਖਸ਼ਿਸ਼ ਮੰਗੀ ਹੈ। ਕਿਰਪਾ ਕਰਕੇ ਬਖਸ਼ ਲਿਓ ਰਚਨਾ ਦੇ ਆਧਾਰ ਤੇ 50 ਤੋਂ 60 ਸ਼ਬਦਾਂ ਵਿੱਚ ਲਿਖੋ। ਅਸੀਂ ਅੱਜ ਲਿਖਾਂਗੇ ਗੁਰੂ ਅਮਰਦਾਸ ਜੀ ਨੇ ਬੜੀ ਅਧੀਨਗੀ, ਬੜੀ ਨਿਮਰਤਾ ਨਾਲ ਪਰਮਾਤਮਾ ਅੱਗੇ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਅਨੇਕਾਂ ਗੁਨਾਹ ਨੂੰ ਮਾਫ ਕਰ ਦਿੱਤਾ ਜਾਵੇ। ਇਸ ਵਿੱਚ ਉਹ ਬਖਸ਼ ਦੇਣ ਦੀ ਮੰਗ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਕਿ ਸਾਡੇ ਮਾੜੇ ਲੇਖੇ ਅਣਗਿਣਤ ਨੇ, ਉਹਨਾਂ ਦੀ ਵਾਰੀ ਨਹੀਂ ਆਉਂਦੀ, ਪਰੰਤੂ ਪ੍ਰਮਾਤਮਾ ਦਾ ਸੁਭਾਅ ਬਖਸ਼ਿੰਦ ਹੈ, ਬਖਸ਼ਣ ਵਾਲਾ ਹੈ, ਇਸ ਕਰਕੇ ਕਿਰਪਾ ਕਰੋ ਮੇਰੇ ਸਾਰੇ ਗੁਨਾਹ ਮਾਫ ਕਰ ਦਿਓ। ਅਗਲਾ ਪ੍ਰਸ਼ਨ ਸੀ ਸੈਕਿੰਡ, ਜਿਸ ਦਾ ਇਹ ਪਾਰਟ ਸੀ, ਗੁਰਬਖਸ਼ ਸਿੰਘ ਨੇ ਆਪਣੇ ਲੇਖ ਬੋਲੀ ਰਾਹੀਂ ਆਮ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਦੱਸਿਆ। ਇਹ ਥੋੜਾ ਟਫ ਸੀ ਕਿਉਂਕਿ ਜਿਹਨਾਂ ਬੱਚਿਆਂ ਨੇ ਇਸ ਪ੍ਰਸ਼ਨ ਨੂੰ ਪੜ੍ਹਿਆ ਹੋਏਗਾ, ਯਾਦ ਕੀਤਾ ਹੋਏਗਾ, ਉਹ ਹੀ ਲਿਖ ਸਕਦੇ ਸੀ। ਇਸ ਦਾ ਉੱਤਰ ਹੋਏਗਾ ਵੀ ਗੁਰਬਖਸ਼ ਸਿੰਘ ਜੀ ਨੇ ਆਪਣੇ ਬੋਲੀ ਲੇਖ ਵਿੱਚ ਬੋਲੀ ਦਾ ਭਾਰੀ ਮਹੱਤਵ ਦਰਸਾਇਆ ਹੈ। ਉਹਨਾਂ ਦੱਸਿਆ ਕਿ ਤਜਰਬੇ ਦੀ ਦੌਲਤ ਬਚਪਨ ਤੋਂ ਇਕੱਠੀ ਹੋਣੀ ਸ਼ੁਰੂ ਹੁੰਦੀ ਹੈ, ਯਾਨੀ ਤਜਰਬਾ ਇੱਕ ਦੌਲਤ ਦੀ ਤਰ੍ਹਾਂ, ਯਾਨੀ ਤਜਰਬਾ ਇੱਕ ਖਜ਼ਾਨਾ ਹੈ। ਸ਼ਬਦ, ਸਿੱਕੇ ਤੇ ਨੋਟ ਨੇ, ਇਹਨਾਂ ਦੀ ਵਰਤੋਂ ਬੰਦੇ ਨੂੰ ਸਿੱਖਣੀ ਚਾਹੀਦੀ ਹੈ। ਜਿੰਨੇ ਅਸੀਂ ਚੰਗੇ ਸ਼ਬਦਾਂ ਦੀ ਵਰਤੋਂ ਕਰਾਂਗੇ, ਸਾਡੇ ਜੀਵਨ ਵਿੱਚ ਸ਼ਬਦਾਂ ਦੀ ਅਮੀਰੀ ਆਏਗੀ। ਆਮ ਜੀਵਨ ਤੋਂ ਤਜਰਬੇ ਇਕੱਠੇ ਕਰਨ ਲਈ ਗੁਰਬਖਸ਼ ਸਿੰਘ ਆਖਦੇ ਨੇ। ਇਸ ਦਾ ਵੀ ਆਪਸ਼ਨਲ ਸੀਗਾ, ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ। ਅਸੀਂ ਕਹਾਂਗੇ ਵੀ ਅਰਦਾਸ ਜੀਵਨ ਵਿੱਚ ਬਹੁਤ ਜ਼ਰੂਰੀ ਵਸਤੂ ਹੈ। ਜੀਵਨ ਵਿੱਚ ਕਈ ਮੌਕੇ ਇਸ ਤਰ੍ਹਾਂ ਦੇ ਆਉਂਦੇ ਨੇ ਜਦੋਂ ਵੱਡੇ ਤੇ ਵੱਡੇ ਬੰਦੇ ਲਈ ਅਰਦਾਸ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ ਰਹਿ ਜਾਂਦਾ। ਹਾਰ ਕੇ ਅਰਦਾਸ ਕਰਨੀ ਹਰੇਕ ਬੰਦੇ ਦਾ ਜਿਹੜਾ ਮਜਬੂਰੀ ਬਣ ਜਾਂਦੀ ਹੈ। ਇੱਥੇ ਫਿਰ ਲਿਖਾਂਗੇ ਹਰ ਮੌਕੇ ਅਰਦਾਸ ਕਰਨੀ ਬਣਦੀ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ, ਕੋਈ ਵੀ ਸਮਾਂ ਅਰਦਾਸ ਤੋਂ ਬਿਨਾਂ ਨਹੀਂ ਹੈ। ਹੁਣ ਇਹ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਅਰਦਾਸ ਕਰਨ ਨਾਲ ਮਨ ਚੜ੍ਹਦੀ ਕਲਾ ਵਿੱਚ ਜਾਂਦਾ ਹੈ, ਮਨ ਉੱਚਾ ਹੋ ਜਾਂਦਾ ਹੈ ਔਰ ਮਨ ਨਿਸ਼ਪਾਪ ਹੋ ਜਾਂਦਾ ਹੈ ਔਰ ਸਾਡੇ ਜੋ ਦੁੱਖ ਨੇ, ਜੋ ਸਾਡੇ ਮਾੜੇ ਕਰਮ ਨੇ, ਉਹ ਨੀਵੇਂ ਹੋ ਜਾਂਦੇ ਨੇ, ਛੋਟੇ ਹੋ ਜਾਂਦੇ ਨੇ। ਲਾਸਟ ਪ੍ਰਸ਼ਨ ਸੀ ਸਾਡਾ, ਇਕਾਂਗੀ ਵਿੱਚੋਂ ਇੱਕ ਪ੍ਰਸ਼ਨ ਦਾ ਹੱਲ ਕਰਨਾ ਸੀ 50 ਤੋਂ 60 ਸ਼ਬਦਾਂ ਵਿੱਚ। ਨਿਹਾਲ ਕੌਰ ਦਾ ਆਪਣੀ ਨੂੰਹ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਹੈ। ਤੁਹਾਨੂੰ ਪਤਾ ਹੀ ਹੈ ਵੀ ਜੋ ਨਿਹਾਲ ਕੌਰ ਹੈ ਇਸ ਇਕਾਂਗੀ ਵਿੱਚ, ਦੂਜਾ ਵਿਆਹ ਇਕਾਂਗੀ ਵਿੱਚ ਪੁਰਾਤਨ ਖਿਆਲਾਂ ਦੀ ਇੱਕ ਇਸਤਰੀ ਹੈ ਜੋ ਹਰ ਗੱਲ ਤੇ ਆਪਣੀ ਨੂੰਹ ਯਾਨੀ ਮਨਜੀਤ ਕੌਰ ਦਾ ਨੁਕਸ ਕੱਢਦੀ ਹੈ,
ਉਹ ਜਿੱਦੀ ਹੈ, ਹਰ ਗੱਲ ਤੇ ਆਪਣੀ ਨੂੰਹ ਨਾਲ ਆਡਾ ਲਾ ਲੈਂਦੀ ਹੈ, ਹਰ ਗੱਲ ਤੇ ਬਹਿਸ ਕਰਦੀ ਹੈ, ਉਸ ਨਾਲ ਕੌੜੀ ਜ਼ਬਾਨ ਵਿੱਚ ਬੋਲਦੀ ਹੈ, ਦੂਜੀਆਂ ਔਰਤਾਂ ਲਈ ਮਾੜੇ ਬੋਲ ਬੋਲਦੀ ਹੈ। ਸਮਾਜ ਵਿੱਚ ਜੋ ਨਵੇਂ ਖਿਆਲਾਂ ਵਾਲੀਆਂ, ਨਵੇਂ ਰੁਚੀਆਂ ਵਾਲੀਆਂ ਜੋ ਮੁਟਿਆਰਾਂ ਹੋ ਰਹੀਆਂ ਨੇ, ਉਹਨਾਂ ਦੀ ਹਰ ਗੱਲ ਤੇ ਨਿੰਦਾ ਕਰਦੀ ਹੈ। ਜਦੋਂ ਨਾਟਕ ਅੱਗੇ ਤੁਰਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਵੀ ਆਪਣੇ ਮਾਨਸਿਕ ਕਲੇਸ਼ ਕਰਕੇ ਉਹ ਦੁਖੀ ਹੈ, ਔਰ ਜਿਸ ਤਰ੍ਹਾਂ ਉਸ ਦਾ ਦੂਜਾ ਵਿਆਹ ਹੋਇਆ ਸੀ, ਉਹ ਵੀ ਆਪਣੀ ਨੂੰਹ ਮਨਜੀਤ ਕੌਰ ਨੂੰ ਦੂਜੇ ਵਿਆਹ ਦੀ ਧਮਕੀ ਦੇ ਕੇ ਉਸ ਨੂੰ ਆਪਣੇ ਵੱਸ ਵਿੱਚ ਕਰਨਾ ਚਾਹੁੰਦੀ, ਇਸ ਤਰ੍ਹਾਂ ਦਾ ਰਵੱਈਆ ਸੀ। ਸੈਕਿੰਡ ਪਾਰਟ ਸੀ ਇਸਦਾ ਆਪਸ਼ਨਲ ਸੀਗਾ। ਜ਼ਫਰਨਾਮੇ ਦੇ ਔਰੰਗਜ਼ੇਬ ਤੇ ਪਏ ਪ੍ਰਭਾਵ ਨੂੰ ਦੇਖ ਕੇ ਅਸਦ ਖਾਂ ਔਰੰਗਜ਼ੇਬ ਦੇ ਪੁੱਛਣ ਤੇ ਕੀ ਸਲਾਹ ਦਿੰਦਾ ਹੈ? ਅਸੀਂ ਲਿਖਾਂਗੇ ਵੀ ਅਸਦ ਖਾਂ ਔਰੰਗਜ਼ੇਬ ਦਾ ਭਰੋਸੇਮੰਦ ਸਾਥੀ ਸੀ। ਜਦੋਂ ਅਸੀਂ ਸਿੱਧਾ ਹੀ ਸ਼ੁਰੂ ਕਰ ਦਾਂਗੇ ਸਲਾਹ ਤੋਂ, ਫਿਰ ਸਾਡੇ ਸ਼ਬਦਾਂ ਦੀ ਘਾਟ ਪੈ ਜਾਣੀ ਸੀ। ਅਸੀਂ ਕਹਾਂਗੇ ਵੀ ਅਸਦ ਖਾਂ ਔਰੰਗਜ਼ੇਬ ਦਾ ਭਰੋਸੇਮੰਦ ਸਾਥੀ ਸੀ, ਉਸ ਦਾ ਅਹਿਮ ਯਾਨੀ ਖਾਸ ਅਹਿਲਕਾਰ ਸੀ, ਔਰ ਦੱਖਣ ਦੀ ਜੋ ਮਾੜੀ ਹਾਲਤ ਹੈ, ਬੜੀ ਖਰਾਬ ਹੈ, ਇਸ ਗੱਲ ਦੀ ਜਾਣਕਾਰੀ ਅਸਦ ਖਾਂ ਔਰੰਗਜ਼ੇਬ ਨੂੰ ਦਿੰਦਾ ਹੈ। ਫਿਰ ਗੁਰੂ ਸਾਹਿਬ ਬਾਰੇ ਕਹਿੰਦਾ ਹੈ ਵੀ ਉਹਨਾਂ ਨੂੰ ਬਾਇਜ਼ਤ ਬੁਲਾ ਕੇ, ਬੜੇ ਭਰੋਸੇ ਤੇ ਸੁਰੱਖਿਆ ਨਾਲ ਬੁਲਾ ਕੇ ਉਹਨਾਂ ਨਾਲ ਸਲਾਹ ਕਰ ਲਈ ਜਾਵੇ। ਜੋ ਵਜ਼ੀਰ ਖਾਂ ਵੱਲੋਂ ਗੁਰੂ ਸਾਹਿਬ ਨੂੰ ਧੋਖਾ ਮਿਲਿਆ ਹੈ, ਉਸ ਦੀ ਮੁਆਫੀ ਮੰਗ ਲਈ ਜਾਵੇ ਔਰ ਸਲਾਹ ਕਰਕੇ ਸਾਰੇ ਹਾਲਾਤ ਨੂੰ ਆਪਣੇ ਹੱਥਾਂ ਵਿੱਚ ਕਰ ਲਿਆ ਜਾਵੇ। ਤੁਸੀਂ ਖੁਦ ਆਪਣੇ ਹੱਥੀਂ ਖਤ ਲਿਖ ਕੇ ਆਪਣੇ ਖਾਸ ਕਾਸਦ ਯਾਨੀ ਡਾਕੀਏ ਦੇ ਹੱਥ ਇਹ ਸੁਨੇਹਾ ਗੁਰੂ ਸਾਹਿਬ ਨੂੰ ਆਪ ਭੇਜੋ। ਸੋ ਬੱਚੋ, ਇਹ ਸੀ ਸਾਡੇ ਸਾਰੇ ਪ੍ਰਸ਼ਨਾਂ ਦਾ ਉਹ ਉੱਤਰ ਜੋ ਮੇਰੇ ਖਿਆਲ ਅਨੁਸਾਰ ਠੀਕ ਸੀ। ਹੁਣ ਮੈਨੂੰ ਆਸ ਹੈ ਵੀ ਤੁਸੀਂ ਆਪਣੇ ਪੇਪਰ ਦੀ ਚੰਗੀ ਤਿਆਰੀ ਕੀਤੀ ਹੋਏਗੀ, ਚੰਗਾ ਨਿਭਾਇਆ ਹੋਏਗਾ। ਜਿਸ ਤਰ੍ਹਾਂ ਦਾ ਵੀ ਪੇਪਰ ਹੈ, ਤੁਸੀਂ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ, ਤੁਹਾਡੇ ਨੰਬਰ ਚੰਗੇ ਆਣਗੇ। ਇਸ ਤਰ੍ਹਾਂ ਦੀ ਸ਼ੁਭ ਕਾਮਨਾਵਾਂ ਨਾਲ ਮੈਂ ਤੁਹਾਡੇ ਚੰਗੇ ਨੰਬਰਾਂ ਦੀ ਆਸ ਕਰਦਾ ਹੋਇਆ ਵਿਦਾ ਲੈਣਾ। ਸੋ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।